ਸੋ ਦਿਸ ਇਜ਼ ਦ ਬਿਗਿਨਿੰਗ ਆਫ ਦ ਟੈਕਸਟ। ਇਹ ਟੋਸਟਡ ਇੰਗਲਿਸ਼ ਐਸੇ ਦਾ ਟੈਕਸਟ ਹੈ। ਤਾਂ ਦੇਖੋ ਇਹਦੇ 'ਚ ਫਸਟ ਲਾਈਨ ਹੈ, ਇਨ ਦ ਅਮੈਰੀਕਨ ਰੈਸਟੋਰੈਂਟਸ, in the American restaurants they call for toasted English, referring to English muffins which, though being made in America, now retain English as a sort of concession to their origin. ਰਾਈਟਰ ਆਰ ਕੇ ਨਾਰਾਇਣ ਕਹਿ ਰਿਹਾ ਹੈਗਾ ਕਿ ਤੁਸੀਂ ਅੱਜ ਵੀ ਜੇ ਅਮੈਰੀਕਨ ਰੈਸਟੋਰੈਂਟ 'ਚ ਜਾਓਗੇ ਤਾਂ ਉੱਥੇ ਕੀ ਦੇਖਣ ਨੂੰ ਮਿਲੂਗਾ। ਜਦੋਂ ਕਿਸੇ ਨੇ ਮਫਿਨਸ ਦਾ ਔਡਰ ਦੇਣਾ ਹੋਵੇ, ਮਫਿਨਸ ਕੱਪ ਕੇਕਸ ਹੁੰਦੇ ਨੇ, ਤੁਸੀਂ ਆਪਣੀ ਕਨਵੀਨੀਅੰਸ ਲਈ, ਆਪਣੀ ਕਰਿਓਸਿਟੀ ਲਈ ਔਨਲਾਈਨ ਚੈੱਕ ਵੀ ਕਰ ਸਕਦੇ ਵੀ ਕਿਸ ਤਰ੍ਹਾਂ ਦਿਖਦੇ ਆ ਜੇ ਕਿਸੇ ਨੂੰ ਨਹੀਂ ਪਤਾ ਪਹਿਲਾਂ। ਤਾਂ ਉਹ ਕਹਿੰਦਾ ਵੀ ਜਦੋਂ ਅਸੀਂ ਅੱਜ ਵੀ ਅਮੈਰੀਕਨ ਰੈਸਟੋਰੈਂਟਸ ਜਾਂਦੇ ਹਾਂ, ਈਵਨ ਵੈਨ ਅਮੈਰੀਕਾ ਹੈਜ਼ ਗੋਟ ਇੰਡੀਪੈਂਡੈਂਸ, ਕਿਉਂਕਿ ਅਮੈਰੀਕਾ ਵੀ ਆਜ਼ਾਦ ਹੋਇਆ ਗਾ। ਬੇਸ਼ੱਕ ਆਪਾਂ ਨੂੰ ਨਾ ਲੱਗਦਾ ਹੋਵੇਗਾ ਕਿ ਅਮੈਰੀਕਾ ਕਦੇ ਗੁਲਾਮ ਨਹੀਂ ਸੀਗਾ, ਪਰ ਹਾਂਜੀ ਅਮੈਰੀਕਾ ਵੀ ਆਜ਼ਾਦ ਹੋਇਆ 1776 'ਚ। ਇਹ ਚਲੋ ਇੱਕ ਹਿਸਟੋਰੀਕਲ ਫਿਗਰ ਹੈ। ਤਾਂ ਉਹ ਗੱਲ ਕਰ ਰਿਹਾ ਕਿ ਅੱਜ ਵੀ ਜਦੋਂ ਅਸੀਂ ਅਮੈਰੀਕਨ ਰੈਸਟੋਰੈਂਟਸ ਜਾਂਦੇ ਹਾਂ ਤਾਂ ਉੱਥੇ ਜਦੋਂ ਲੋਕਾਂ ਨੇ ਮਫਿਨਸ ਦਾ ਔਡਰ ਦੇਣਾ ਹੁੰਦਾ ਗਾ, ਉਹ ਬਣੇ ਭਾਵੇਂ ਅਮੈਰੀਕਾ 'ਚ ਹੋਏ ਨੇ, ਉਹ ਮਫਿਨਸ ਨੇ ਜਿਹੜੇ ਭਾਵੇਂ ਅਮੈਰੀਕਾ ਵਿੱਚ ਦੋ ਬੀਂਗ ਮੇਡ ਇਨ ਅਮੈਰੀਕਾ, ਭਾਵੇਂ ਉਹ ਅਮੈਰੀਕਾ ਦੇ ਬਣੇ ਹੋਏ ਨੇ, ਪਰ ਜਦੋਂ ਉਹਨਾਂ ਦਾ ਔਡਰ ਦੇਣਾ ਹੁੰਦਾ ਗਾ ਤਾਂ ਕੀ ਕਿਹਾ ਜਾਂਦਾ ਗਾ, ਟੋਸਟਡ ਇੰਗਲਿਸ਼। ਹੁਣ ਇੱਕ ਚੀਜ਼ ਉਹਦੇ ਧਿਆਨ ਰੱਖਣ ਦੀ ਗੱਲ ਹੈ ਕਿ ਇੰਗਲਿਸ਼ ਆ ਜਿਹੜੀ ਉਹ ਬ੍ਰਿਟਿਸ਼ ਸੋਇਲ ਦੀ ਲੈਂਗੁਏਜ ਆ, ਇਸ ਕਰਕੇ ਇੰਗਲਿਸ਼ ਇਜ਼ ਸਿਨੋਨਿਮ ਫॉर ਬ੍ਰਿਟੇਨ। ਜੇ ਅਸੀਂ ਕਈ ਵਾਰ ਸੁਣਦੇ ਹਾਂ ਨਾ ਦੈਟ ਹੀ ਔਰ ਸ਼ੀ ਹੀ ਇਜ਼ ਐਨ ਇੰਗਲਿਸ਼ਮੈਨ। ਇੰਗਲਿਸ਼ਮੈਨ ਦਾ ਮਤਲਬ ਹੁੰਦਾ ਹੈਗਾ ਇੰਗਲੈਂਡ ਤੋਂ, ਨਾ ਕਿ ਅਮੈਰੀਕਾ, ਨਾ ਕਿ ਕੈਨੇਡਾ, ਨਾ ਕਿ ਕਿਸੇ ਜਰਮਨੀ ਜਾਂ ਕਿਸੇ ਪੋਲੈਂਡ ਵਗੈਰਾ, ਨਾ ਕਿ ਕਿਸੇ ਅਜਿਹੀ ਕੰਟਰੀ ਤੋਂ ਜਿੱਥੇ ਇੰਗਲਿਸ਼ ਬੋਲੀ ਜਾਂਦੀ ਆ, ਬਟ ਸਿਰਫ ਔਰ ਸਿਰਫ ਇੰਗਲੈਂਡ ਦੇ ਰਹਿਣ ਵਾਲੇ ਲੋਕਾਂ ਨੂੰ ਅਸੀਂ ਇੰਗਲਿਸ਼ ਪੀਪਲ ਬੋਲਦੇ ਹਾਂ। ਤਾਂ ਉਰੇ ਇੰਗਲਿਸ਼, ਉਰੇ ਲੈਂਗੁਏਜ ਨੂੰ ਨਹੀਂ, ਉਰੇ ਇੰਗਲਿਸ਼ ਇੰਗਲੈਂਡ ਦੀ ਬਣੀ ਹੋਈ ਚੀਜ਼ ਨੂੰ ਕਿਹਾ ਹੋਇਆ ਗਾ। ਤਾਂ ਉਹ ਰਾਈਟਰ ਕਹਿ ਰਿਹਾ ਗਾ ਕਿ ਜਦੋਂ ਅਸੀਂ ਅਮੈਰੀਕਨ ਰੈਸਟੋਰੈਂਟ 'ਚ ਜਾਂਦੇ ਹਾਂ ਤਾਂ ਜਦੋਂ ਲੋਕਾਂ ਨੇ ਇੰਗਲਿਸ਼ ਮਫਿਨਸ ਦਾ ਔਡਰ ਦੇਣਾ, ਇੰਗਲਿਸ਼ ਮਤਲਬ ਜਿਹੜੇ ਓਰੀਜਨਲੀ ਕਿੱਥੋਂ ਦੇ ਨੇ, ਇੰਗਲੈਂਡ ਦੇ ਨੇ, ਮਤਲਬ ਜਿਨ੍ਹਾਂ ਦਾ ਓਰੀਜਨ ਕਿੱਥੇ ਹੋਇਆ ਸੀ, ਇੰਗਲੈਂਡ 'ਚ। ਹੁਣ ਭਾਵੇਂ ਉਹ ਅਮੈਰੀਕਾ 'ਚ ਵੀ ਬਣਦੇ ਨੇ, ਵਿਚ ਨਾਓ ਬੀਂਗ ਮੇਡ ਇਨ ਅਮੈਰੀਕਾ, ਪਰ ਅੱਜ ਵੀ ਨਾਓ ਰਿਟੇਨ ਮਤਲਬ ਅੱਜ ਵੀ ਉਹਨਾਂ ਨੂੰ ਉਸੇ ਨਾਮ ਨਾਲ ਹੀ ਪੁਕਾਰਿਆ ਜਾਂਦਾ ਗਾ। ਭਾਵੇਂ ਅਮੈਰੀਕਾ ਅੱਜ ਅਲੱਗ ਦੇਸ਼ ਆ, ਅਮੈਰੀਕਾ ਦੀ ਇੱਕ ਅਲੱਗ ਆਈਡੈਂਟੀਟੀ ਆ, ਅਮੈਰੀਕਾ ਆਜ਼ਾਦ ਹੋ ਚੁੱਕਿਆ, ਬਟ ਅੱਜ ਵੀ ਅਮੈਰੀਕਾ 'ਚ ਜੋ ਚੀਜ਼ਾਂ ਨੂੰ, ਖਾਣ ਵਾਲੀਆਂ ਚੀਜ਼ਾਂ ਨੂੰ ਜਾਂ ਪਹਿਨਣ ਵਾਲੀਆਂ ਚੀਜ਼ਾਂ ਨੂੰ ਜਾਂ ਅਲੱਗ-ਅਲੱਗ ਚੀਜ਼ਾਂ ਨੂੰ ਡਿਨੋਟ ਕਰਨ ਲਈ ਜੋ ਵੋਕੈਬਲਰੀ ਵਰਤੀ ਜਾਂਦੀ ਆ, ਉਹ ਇੰਗਲਿਸ਼ ਜਾਂ ਬ੍ਰਿਟਿਸ਼ ਵੋਕੈਬਲਰੀ ਹੀ ਵਰਤੀ ਜਾਂਦੀ ਆ। ਤਾਂ ਇਹਦਾ ਮਤਲਬ ਇਹ ਸੀ, ਨਾਓ ਰਿਟੇਨ ਇੰਗਲਿਸ਼ ਐਜ਼ ਅ ਸੌਰਟ ਆਫ ਕੰਸੈਸ਼ਨ ਟੂ ਦੇਅਰ ਓਰੀਜਨ। ਤਾਂ ਉਹ ਕਹਿੰਦਾ ਵੀ ਇੰਗਲਿਸ਼ ਹਮੇਸ਼ਾ ਉਹਦੇ ਨਾਲ ਜੋੜਿਆ ਜਾਂਦਾ, ਇੰਗਲਿਸ਼ ਵਰਡ। ਮਤਲਬ ਜਦੋਂ ਕੋਈ ਅਮੈਰੀਕਨ ਰੈਸਟੋਰੈਂਟਸ ਅਸੀਂ ਦੇਖਦੇ ਹਾਂ, ਜੇ ਕਿਸੇ ਨੇ ਖਾਣ ਦਾ ਔਡਰ ਦੇਣਾ ਗਾ ਤਾਂ ਉਹ ਸਪੈਸ਼ਲੀ ਇੰਗਲਿਸ਼ ਵਰਡ ਨਾਲ ਬੋਲਦੇ ਨੇ। ਇੰਗਲਿਸ਼ ਮਤਲਬ ਬ੍ਰਿਟਿਸ਼, ਆਫ ਬ੍ਰਿਟਿਸ਼ ਓਰੀਜਨ। ਤਾਂ ਉਹ ਕਹਿੰਦਾ ਉਹ ਇੱਕ ਤਰ੍ਹਾਂ ਦਾ ਉਹਨਾਂ ਲਈ ਰੂੰਗੇ ਦਾ ਉਹ ਹੁੰਦਾ ਗਾ। ਜਿਵੇਂ ਆਪਾਂ ਛੋਟੇ ਹੁੰਦੇ ਇਹ ਚੀਜ਼ ਦੇਖੀ ਹੈ ਕਿ ਦੁਕਾਨ ਤੋਂ ਜਦੋਂ ਕੋਈ ਚੀਜ਼ ਲੈਣ ਜਾਂਦੇ ਸੀ, ਪਤਾ ਨਹੀਂ ਹੁਣ ਤੁਹਾਡੇ ਜ਼ਮਾਨੇ 'ਚ ਹੈ, ਪਤਾ ਨਹੀਂ, ਜਦੋਂ ਅਸੀਂ ਛੋਟੇ ਹੁੰਦੇ ਸੀ ਤਾਂ ਉਦੋਂ ਇਹ ਚੀਜ਼ ਹੁੰਦੀ ਸੀ ਕਿ ਜਦੋਂ ਕੋਈ ਸ਼ੌਪ ਤੋਂ ਕੋਈ ਚੀਜ਼ ਲੈਣ ਜਾਂਦੇ, ਸਪੋਜ਼ ਕੋਈ ਸਾਬਣ ਵਗੈਰਾ ਲੈਣ ਜਾਂਦੇ, ਤਾਂ ਦੁਕਾਨਦਾਰ ਆ ਜਿਹੜਾ ਬੱਚਿਆਂ ਨੂੰ ਇੱਕ ਰੂੰਗੇ ਦੇ ਰੂਪ 'ਚ ਕੰਸੈਸ਼ਨ, ਤਾਂ ਕੰਸੈਸ਼ਨ ਦੇ ਰੂਪ 'ਚ ਉਹਨੂੰ ਥੋੜ੍ਹਾ ਜਿਹਾ ਕੁਛ ਨਾ ਕੁਛ ਮਿੱਠਾ ਨਮਕੀਨ ਅਲੱਗ ਤੋਂ ਐਡ ਕਰ ਦਿੰਦਾ ਸੀਗਾ। ਤਾਂ ਇਸ ਤਰ੍ਹਾਂ ਹੀ ਇਹ ਲਾਈਨ ਦਾ ਮਤਲਬ ਹੈ। ਨੈਕਸਟ ਲਿਖਿਆ ਹੋਇਆ, ਦ ਸੇਮ ਮੇ ਬੀ ਸੈਡ ਆਫ ਦੇਅਰ ਲੈਂਗੁਏਜ ਟੂ। ਕਹਿੰਦਾ ਇਹੀ ਚੀਜ਼ ਉਹਨਾਂ ਦੀ ਲੈਂਗੁਏਜ ਬਾਰੇ ਵੀ ਕਹੀ ਜਾ ਸਕਦੀ ਹੈ, ਨਾ ਕਿ ਸਿਰਫ ਚੀਜ਼ਾਂ ਬਾਰੇ। ਉੱਪਰ ਤਾਂ ਗੱਲ ਹੋਈ ਆ ਖਾਣ ਵਾਲੀ ਚੀਜ਼ ਦੀ, ਮਫਿਨਸ ਦੀ ਗੱਲ ਹੋਈ ਆ
ਕਿ ਮਫਿਨਸ ਭਾਵੇਂ ਉਹ ਹੈਗੇ ਨੇ ਬ੍ਰਿਟਿਸ਼ ਓਰੀਜਨ ਦੇ, ਅੱਜ ਉਹ ਬਣ ਅਮਰੀਕਾ 'ਚ ਰਹੇ ਨੇ, ਅਮਰੀਕਾ ਦੇ ਆਪਦੇ ਰੈਸਟੋਰੈਂਟ 'ਚ ਬਣ ਰਹੇ ਨੇ, ਬਟ ਅੱਜ ਵੀ ਉਹਨਾਂ ਨੂੰ ਕਿਸ ਨਾਮ ਨਾਲ ਡਿਨੋਟ ਕੀਤਾ ਜਾਂਦਾ ਗਾ? ਇੰਗਲਿਸ਼ ਨਾਲ। ਟੋਸਟ ਦਾ ਮਤਲਬ ਉਰੇ ਉਹੀ ਆ, ਟੋਸਟਡ, ਜਿਹੜਾ ਤੁਹਾਨੂੰ ਕਿਹਾ ਸੀਗਾ ਕਿ ਟੋਸਟ ਜਿਵੇਂ ਅਸੀਂ ਰਸ ਖਾਂਦੇ ਹਾਂ, ਖਾਣ ਵਾਲੀ ਚੀਜ਼ ਖਾਂਦੇ ਹਾਂ, ਕੋਈ ਚਾਹ ਨਾਲ ਖਾਂਦੇ ਹਾਂ, ਤਾਂ ਉਹਨੂੰ ਟੋਸਟ ਬੋਲਦੇ ਨੇ। ਤਾਂ ਇਹੀ ਚੀਜ਼ ਉਹਨਾਂ ਦੀ ਲੈਂਗੁਏਜ ਬਾਰੇ ਕਹੀ ਜਾ ਸਕਦੀ ਹੈ, ਅਮੈਰੀਕਨਸ ਦੀ ਲੈਂਗੁਏਜ। ਹੁਣ ਅਮੈਰੀਕਨਸ ਦੀ ਲੈਂਗੁਏਜ ਹੈ ਜਿਹੜੀ, ਉਹ ਆਪਦੀ ਉਹਨਾਂ ਦੀ ਨਹੀਂ ਹੈਗੀ, ਕਿਉਂਕਿ ਅਮੈਰੀਕਾ ਗਾ ਜਿਹੜਾ ਕਿਸੇ ਟਾਈਮ ਬ੍ਰਿਟਿਸ਼ ਅੰਪਾਇਰ ਦਾ ਹੀ ਪਾਰਟ ਹੁੰਦਾ ਸੀ। ਅਮੈਰੀਕਾ ਗਾ ਜਿਹੜਾ ਕਿਸੇ ਟਾਈਮ ਬ੍ਰਿਟਿਸ਼ ਅੰਪਾਇਰ ਮਤਲਬ ਸਾਮਰਾਜ, ਮਤਲਬ ਜਦੋਂ ਇੱਕ ਦੇਸ਼ ਆ ਕਾਫੀ ਏਰੀਏ ਨੂੰ ਕੰਟਰੋਲ ਕਰ ਲੈਂਦਾ, ਵੱਡੇ ਵੱਡੇ ਦੇਸ਼ਾਂ ਨੂੰ ਜਾਂ ਹੋਰ ਛੋਟੇ ਦੇਸ਼ਾਂ ਨੂੰ ਕੰਟਰੋਲ ਕਰ ਲੈਂਦਾ, ਤਾਂ ਉਹ ਸਾਮਰਾਜ ਬਣ ਜਾਂਦਾ ਗਾ। ਤਾਂ ਉਰੇ ਇਹੀ ਕਿਹਾ ਹੋਇਆ ਕਿ ਇਹੀ ਚੀਜ਼ ਉਹਨਾਂ ਦੀ ਲੈਂਗੁਏਜ ਬਾਰੇ ਵੀ ਕਹੀ ਜਾ ਸਕਦੀ ਹੈ। ਅਮੈਰੀਕਨਸ ਦੀ ਲੈਂਗੁਏਜ ਆ ਜਿਹੜੀ, ਉਹਨਾਂ ਦੀ ਆਪਦੀ ਨਹੀਂ ਹੈਗੀ, ਉਹ ਕਿਹਨਾਂ ਦੀ ਆ? ਅਸਲ 'ਚ ਬ੍ਰਿਟਿਸ਼ਰਸ ਦੀ ਆ। ਹਾਲਾਂਕਿ ਬ੍ਰਿਟਿਸ਼ਰਸ ਉਹਨਾਂ ਦੇ ਐਨਸੈਸਟਰਸ ਹੀ ਸੀਗੇ, ਅਮੈਰੀਕਨਸ ਦੇ ਐਨਸੈਸਟਰ ਹੀ ਨੇ ਬ੍ਰਿਟਿਸ਼ਰਸ ਵੀ, ਪਰ ਫਿਰ ਵੀ ਉਹਨਾਂ ਨੇ ਆਪਣਾ ਜੋ ਵਜੂਦ ਵੱਖਰਾ ਦਿਖਾਉਣ ਲਈ ਆਪਣੀ ਲੈਂਗੁਏਜ 'ਚ ਚੇਂਜਸ ਕਰ ਲਏ। ਉਹੀ ਚੀਜ਼ ਲਿਖੀ ਹੈ। ਦਾ ਨੈਕਸਟ ਲਿਖਿਆ ਹੈ, ਅਮੈਰੀਕਨਸ ਟੂ ਵੈਂਟ ਥਰੂ ਅ ਫੇਜ਼ ਆਫ ਥਰੋਇੰਗ ਆਊਟ ਦਾ ਬ੍ਰਿਟਿਸ਼। ਥਰੋਇੰਗ ਆਊਟ ਮਤਲਬ ਟੂ ਵੈਂਟ ਥਰੂ ਅ ਫੇਜ਼ ਆਫ ਥਰੋਇੰਗ ਆਊਟ ਮਤਲਬ ਕਿਸੇ ਚੀਜ਼ ਨੂੰ ਭਗਾ ਕੇ ਮਾਰਨਾ। ਕਹਿੰਦਾ ਅਮੈਰੀਕਨਸ ਨੂੰ ਵੀ ਇਸ ਚੀਜ਼ ਦਾ ਐਕਸਪੀਰੀਅੰਸ ਆ। ਅਮੈਰੀਕਨਸ ਨੇ ਵੀ ਕਿਸੇ ਟਾਈਮ ਬ੍ਰਿਟਿਸ਼ਰਸ ਨੂੰ ਆਪਦੇ ਦੇਸ਼ 'ਚੋਂ ਕੱਢਿਆ ਸੀ, ਜਿਵੇਂ ਅਸੀਂ ਇੰਡੀਅਨਸ ਨੇ ਬ੍ਰਿਟਿਸ਼ਰਸ ਨੂੰ ਦੇਸ਼ 'ਚੋਂ ਕੱਢਿਆ ਸੀਗਾ, ਸਾਡੇ ਐਨਸੈਸਟਰਸ ਨੇ ਕੱਢਿਆ ਸੀ, ਉਸੇ ਪ੍ਰਕਾਰ ਕਹਿੰਦਾ ਅਮੈਰੀਕਨਸ ਨੇ ਵੀ ਕਿਸੇ ਟਾਈਮ ਦੇ ਹੈਵ ਆਲਸੋ ਵੈਂਟ, ਉਹ ਵੀ ਇਸ ਫੇਜ਼ 'ਚੋਂ ਗੁਜ਼ਰੇ ਨੇ। ਦੇ ਹੈਵ ਆਲਸੋ ਗੋਨ ਥਰੂ ਅ ਫੇਜ਼ ਆਫ ਥਰੋਇੰਗ ਆਊਟ ਦਾ ਬ੍ਰਿਟਿਸ਼, ਉਹ ਵੀ ਕਿਸੇ ਟਾਈਮ ਬ੍ਰਿਟਿਸ਼ਰਸ ਦੇ ਗੁਲਾਮ ਰਹੇ ਨੇ। ਪਰ ਕੀ ਹੋਇਆ? ਰਿਟੇਨਿੰਗ ਦੇਅਰ ਲੈਂਗੁਏਜ, ਪਰ ਉਹਨਾਂ ਨੇ ਉਹਨਾਂ ਦੀ ਲੈਂਗੁਏਜ ਨੂੰ ਬਰਕਰਾਰ ਰੱਖਿਆ। ਰਿਟੇਨ ਹੁੰਦਾ ਗਾ ਬਰਕਰਾਰ ਰੱਖਣਾ, ਕਿਉਂਕਿ ਲੈਂਗੁਏਜ ਕੀ ਹੈ? ਲੈਂਗੁਏਜ ਹੁਣ ਇਹ ਤਾਂ ਹੈ ਨਹੀਂ ਸੀ ਵੀ ਉਹਨਾਂ ਦੀ ਲੈਂਗੁਏਜ ਨੂੰ ਖ਼ਤਮ ਕਰਕੇ ਕੋਈ ਆਪਣੀ ਭਾਸ਼ਾ ਬਣਾ ਲੈਂਦੇ ਅਮੈਰੀਕਨਸ ਜਦੋਂ ਉਹ ਆਜ਼ਾਦ ਹੋਏ ਨੇ। ਨਹੀਂ, ਅਸੀਂ ਵੀ ਇੱਦਾਂ ਹੀ ਕੀਤਾ ਗਾ। ਅਸੀਂ ਐਂ ਤਾਂ ਹੈ ਨਹੀਂ ਵੀ ਹੁਣ ਇੰਗਲਿਸ਼ ਨੂੰ ਬਿਲਕੁਲ ਹੀ ਅਬੋਲਿਸ਼ ਕਰਤਾ, ਨਹੀਂ, ਇੰਗਲਿਸ਼ ਜ਼ਰੂਰ ਉਰੇ ਹੈਗੀ ਆ। ਤਾਂ ਨੈਕਸਟ ਲਿਖਿਆ ਹੈ, ਬਟ ਰਿਟੇਨਿੰਗ ਦੇਅਰ ਲੈਂਗੁਏਜ। ਅਮੈਰੀਕਨਸ ਨੇ ਬਾਕੀ ਸਾਰਾ ਕੁਛ ਛੱਡਤਾ ਬ੍ਰਿਟਿਸ਼ਰਸ ਦਾ, ਮਤਲਬ ਹੋ ਸਕਦਾ ਵੀ ਉਹਨਾਂ ਨੇ ਛੱਡਤਾ ਹੋਵੇ, ਕਈ ਚੀਜ਼ਾਂ ਛੱਡਤੀਆਂ। ਹੁਣ ਜਦੋਂ ਸਭ ਤੋਂ ਵੱਡੀ ਗੱਲ, ਉਹਨਾਂ ਨੇ ਅਮੈਰੀਕਨਸ ਨੇ ਬ੍ਰਿਟਿਸ਼ਰਸ ਤੋਂ ਆਜ਼ਾਦੀ ਹੀ ਪ੍ਰਾਪਤ ਕਰ ਲਈ, ਪਰ ਉਹਨਾਂ ਦੀ ਲੈਂਗੁਏਜ ਨੂੰ ਰਿਟੇਨ ਕਰ ਲਿਆ। ਐਂਡ ਲੈਟਿੰਗ ਇਟ ਫਲਰਿਸ਼ ਔਨ ਅਮੈਰੀਕਨ ਸੋਇਲ। ਫਲਰਿਸ਼ ਹੁੰਦਾ ਗਾ ਫੈਲਣ ਦੇਣਾ, ਲੈਟਿੰਗ ਇਟ ਫਲਰਿਸ਼। ਪਰ ਉਹਨਾਂ ਨੇ ਉਹਨਾਂ ਦੀ, ਬੇਸ਼ੱਕ ਅਮੈਰੀਕਨਸ ਨੇ ਜਾਂ ਅਮੈਰੀਕਾ ਬ੍ਰਿਟਿਸ਼ ਅੰਪਾਇਰ ਤੋਂ ਆਜ਼ਾਦ ਹੋ ਗਿਆ, ਬ੍ਰਿਟਿਸ਼ ਅੰਪਾਇਰ ਤੋਂ ਵੱਖ ਹੋ ਕੇ ਇੱਕ ਆਪਣਾ ਅਲੱਗ ਦੇਸ਼ ਬਣ ਗਿਆ, ਪਰ ਉਹ ਉਹਨਾਂ ਦੀ ਲੈਂਗੁਏਜ ਨਹੀਂ ਛੱਡ ਸਕੇ। ਉਹਨਾਂ ਨੇ ਉਹਨਾਂ ਦੀ ਲੈਂਗੁਏਜ ਰਿਟੇਨ ਕੀਤੀ ਐਂਡ ਲੈਟਿੰਗ ਇਟ ਫਲਰਿਸ਼। ਅਤੇ ਉਹ ਹੌਲੀ ਹੌਲੀ ਉਹੀ ਲੈਂਗੁਏਜ ਆ ਜਿਹੜੀ ਬ੍ਰਿਟਿਸ਼ਰਸ ਦੀ ਲੈਂਗੁਏਜ ਸੀਗੀ, ਉਹ ਅਮੈਰੀਕਾ ਦੀ ਧਰਤੀ 'ਤੇ ਫੈਲ ਚੁੱਕੀ ਆ, ਫਲਰਿਸ਼ ਹੋ ਚੁੱਕੀ ਆ। ਦਾ ਰਿਜ਼ਲਟੈਂਟ ਲੈਂਗੁਏਜ ਇਜ਼, ਤਾਂ ਸਿੱਟੇ ਵਜੋਂ ਜੋ ਰਿਜ਼ਲਟੈਂਟ ਮਤਲਬ ਐਜ਼ ਅ ਰਿਜ਼ਲਟ, ਤਾਂ ਜਿਹੜੀ ਸਿੱਟੇ ਵਜੋਂ ਲੈਂਗੁਏਜ ਉਹਨਾਂ ਦੇ ਕੋਲ ਆਈ ਆ, ਇਜ਼ ਸਮਵਟ ਡਿਫਰੈਂਟ ਫਰੋਮ ਇਟਸ ਬ੍ਰਿਟਿਸ਼ ਕਾਊਂਟਰ ਪਾਰਟ। ਤਾਂ ਕਹਿੰਦਾ ਵੀ ਹੁਣ ਜਿਹੜੀ ਸਿੱਟੇ ਵਜੋਂ ਉਹਨਾਂ ਕੋਲ ਲੈਂਗੁਏਜ ਹੁਣ ਬਚੀ ਆ ਅਮੈਰੀਕਨਸ ਕੋਲ, ਉਹ ਥੋੜ੍ਹੀ ਥੋੜ੍ਹੀ ਉਹਨਾਂ ਦੇ ਬ੍ਰਿਟਿਸ਼ ਕਾਊਂਟਰ ਪਾਰਟ ਤੋਂ ਵੱਖਰੀ ਆ। ਕਾਊਂਟਰ ਪਾਰਟ ਉਹਦਾ ਮੂਰੇ ਮਤਲਬ ਹੈ ਬ੍ਰਿਟਿਸ਼ ਲੈਂਗੁਏਜ ਤੋਂ, ਜੋ ਬ੍ਰਿਟਿਸ਼ ਇੰਗਲਿਸ਼ ਆ ਹੁਣ ਉਹਦੇ ਤੋਂ ਅਮੈਰੀਕਨ ਇੰਗਲਿਸ਼ ਥੋੜ੍ਹੀ ਬਹੁਤ ਵੱਖਰੀ ਆ। ਇਸ ਲਾਈਨ ਦਾ ਮਤਲਬ ਇਹ ਸੀ। ਨੈਕਸਟ, ਇਟ ਮੇ ਬੀ ਸੈਡ ਟੂ ਹੈਵ ਗੋਨ ਥਰੂ ਅ ਪ੍ਰੋਸੈਸ ਆਫ ਟੋਸਟਿੰਗ। ਤਾਂ ਰਾਈਟਰ ਕਹਿੰਦਾ, ਆਰ ਕੇ ਨਾਰਾਇਣ ਕਹਿੰਦਾ ਕਿ ਇਸ ਚੀਜ਼ ਨੂੰ ਕੀ ਕਿਹਾ ਜਾ ਸਕਦਾ? ਇਟ ਮੇ ਬੀ ਸੈਡ ਟੂ ਹੈਵ ਗੋਨ ਥਰੂ ਅ ਪ੍ਰੋਸੈਸ ਆਫ ਟੋਸਟਿੰਗ। ਅਸੀਂ ਇਸ ਪ੍ਰੋਸੈਸ ਨੂੰ ਟੋਸਟਿੰਗ ਕਹਿ ਸਕਦੇ ਹਾਂ। ਅੱਗੇ ਲਿਖਿਆ ਹੋਇਆ, ਵਨ ਨੋਟਿਸੇਬਲ ਰਿਜ਼ਲਟ। ਨੋਟਿਸੇਬਲ ਮਤਲਬ ਧਿਆਨ ਦੇਣ ਯੋਗ, worthy of noticing. One noticeable result of this toasting is that much of the formalism,
ਮਚ ਆਫ ਦਾ ਫਾਰਮਲਿਜ਼ਮ ਇਜ਼ ਦੈਟ ਮਚ ਆਫ ਦਾ ਫਾਰਮਲਿਜ਼ਮ। ਕਹਿੰਦਾ ਵੀ ਇਸ ਟੋਸਟਿੰਗ ਦੇ ਪ੍ਰੋਸੈਸ ਤੋਂ ਇੱਕ ਧਿਆਨ ਦੇਣ ਵਾਲੀ ਗੱਲ ਇਹ ਆ ਕਿ ਮਚ ਆਫ ਦਾ ਫਾਰਮਲਿਜ਼ਮ ਦਾ ਉਰੇ ਮੈਂ ਮਤਲਬ ਲਿਖਿਆ ਹੋਇਆ ਹੈਗਾ, ਜਾਂ ਫਾਰਮਲ ਅਸੀਂ ਕਿਹਨੂੰ ਕਹਿੰਦੇ ਆ, ਰੂਲਸ ਐਂਡ ਰੈਗੂਲੇਸ਼ਨਸ ਨੂੰ ਬੋਲ ਦਿੰਦੇ ਹਾਂ। ਜਿਵੇਂ ਆਪਾਂ ਫਾਰਮਲ ਕੱਪੜੇ ਪਾਉਣੇ ਆ ਨਾ, ਫਾਰਮਲ ਕੱਪੜੇ ਕਾਹਦੇ ਅਕੋਰਡਿੰਗ ਹੁੰਦੇ ਆ, ਰੂਲਸ ਐਂਡ ਰੈਗੂਲੇਸ਼ਨਸ ਦੇ ਅਕੋਰਡਿੰਗ ਹੁੰਦੇ ਆ। ਇਨਫਾਰਮਲ ਹੁੰਦੇ ਨੇ ਉਹ, ਵਿਦਾਊਟ ਐਨੀ ਰੂਲ ਹੁੰਦੇ ਨੇ। ਤਾਂ ਉਹ ਇਸੇ ਪ੍ਰਕਾਰ ਉਰੇ ਕਿਹਾ ਹੋਇਆ ਕਿ one noticeable result of this toasting is that much of formalism surrounding the use of English has been abandoned। abandon ਮਤਲਬ ਕਿਸੇ ਚੀਜ਼ ਨੂੰ ਖਤਮ ਕਰ ਦੇਣਾ, ਕਿਸੇ ਚੀਜ਼ ਦਾ ਤਿਆਗ ਕਰ ਦੇਣਾ। ਤਾਂ ਰਾਈਟਰ ਹੈ ਜਿਹੜਾ ਕਹਿ ਰਿਹਾ ਹੈਗਾ ਕਿ ਪਹਿਲਾਂ ਜਿਹੜੀ ਬ੍ਰਿਟਿਸ਼ ਇੰਗਲਿਸ਼ ਹੁੰਦੀ ਸੀ ਉਹਦੇ 'ਚ ਫਾਰਮਲਿਜ਼ਮ ਬਹੁਤ ਸੀ। ਫਾਰਮਲਿਜ਼ਮ ਮਤਲਬ ਉਹ ਫਾਰਮਲ ਬਹੁਤ ਸੀਗੀ, ਰੂਲਸ ਐਂਡ ਰੈਗੂਲੇਸ਼ਨਸ ਬਹੁਤ ਸੀਗੇ, ਧਿਆਨ ਬਹੁਤ ਰੱਖਣਾ ਪੈਂਦਾ ਸੀ। ਹੀ ਸ਼ੀ ਇਟ ਦੈਟ ਸਾਰੀਆਂ ਚੀਜ਼ਾਂ ਦਾ ਮਤਲਬ ਰੂਲਸ ਇੰਨੇ ਸਟ੍ਰਿਕਟ ਸੀਗੇ ਵੀ ਉਹ ਲੈਂਗੁਏਜ ਜਿਹੜੀ ਬ੍ਰਿਟਿਸ਼ ਇੰਗਲਿਸ਼ ਸੀਗੀ ਉਹ ਬੜੀ ਫਾਰਮਲ ਸੀ। ਪਰ ਕਹਿੰਦਾ ਅਮੈਰੀਕਨ ਇੰਗਲਿਸ਼ ਨੇ ਉਹ ਚੀਜ਼ ਨੂੰ ਕੀ ਕਰਤਾ, ਅਬੈਂਡਨ ਕਰਤਾ। ਮਤਲਬ ਜਦੋਂ ਅਮੈਰੀਕਾ ਨੇ ਇੰਗਲਿਸ਼ ਲੈਂਗੁਏਜ ਨੂੰ ਅਪਣਾਇਆ ਤਾਂ ਉਹਨਾਂ ਨੇ ਫਾਰਮਲਿਜ਼ਮ ਨੂੰ ਤਿਆਗਤਾ। ਜੋ ਪਹਿਲਾਂ ਬ੍ਰਿਟਿਸ਼ ਇੰਗਲਿਸ਼ ਫਾਰਮਲਿਜ਼ਮ ਸੀਗੀ, ਜੋ ਬਹੁਤ ਸਟ੍ਰਿਕਟ ਰੂਲਸ ਐਂਡ ਰੈਗੂਲੇਸ਼ਨਸ ਵਰਤੇ ਜਾਂਦੇ ਸੀਗੇ, ਉਹ ਅਬੈਂਡਨ ਕਰਤੇ, ਉਹ ਖਤਮ ਕਰਤੇ। ਇਹ ਸੀ ਫਸਟ ਪੈਰਾਗ੍ਰਾਫ ਹੁਣ ਆਪਾਂ ਦੇਖਾਂਗੇ ਸੈਕਿੰਡ ਪੈਰਾਗ੍ਰਾਫ। ਤਾਂ ਸੈਕਿੰਡ ਪੈਰਾਗ੍ਰਾਫ ਦੇਖੋ ਉਰੇ ਲਿਖਿਆ ਹੋਇਆ ਹੈਗਾ ਕਿ ਇਨ ਅਮੈਰੀਕਾ ਦੇ ਹੈਵ ਫਰੀਡ, ਦੇ ਮਤਲਬ ਅਮੈਰੀਕਨਸ, ਦੇ ਹੈਵ ਫਰੀਡ ਮਤਲਬ ਆਜ਼ਾਦ ਕਰਾਉਣਾ, ਦਾ ਲੈਂਗੁਏਜ, ਕਿਹੜੀ ਲੈਂਗੁਏਜ, ਬ੍ਰਿਟਿਸ਼ ਇੰਗਲਿਸ਼। ਕਿਉਂਕਿ ਅਮੈਰੀਕਨਸ ਦੀ ਲੈਂਗੁਏਜ ਆਪਣੀ ਨਹੀਂ ਹੈਗੀ, ਉਹਨਾਂ ਨੇ ਕਿੱਥੋਂ ਐਕਵਾਇਰ ਕੀਤੀ ਹੈ, ਬ੍ਰਿਟਿਸ਼ਰਸ ਤੋਂ। ਬੇਸ਼ੱਕ ਅੱਜ ਅਮੈਰੀਕਾ 'ਚ ਟੋਟਲੀ ਇੰਗਲਿਸ਼ ਬੋਲੀ ਜਾਂਦੀ ਆ, ਪਰ ਉਹ ਉਹਨਾਂ ਦੀ ਆਪਣੀ ਲੈਂਗੁਏਜ ਨਹੀਂ ਹੈ, ਉਹ ਬ੍ਰਿਟਿਸ਼ਰਸ ਦੀ ਲੈਂਗੁਏਜ ਆ ਓਰੀਜਨਲੀ। ਅਤੇ ਉਹਨਾਂ ਨੇ ਬ੍ਰਿਟਿਸ਼ ਇੰਗਲਿਸ਼ ਹੀ ਚੇਂਜਸ ਕਰਕੇ ਉਹਨੂੰ ਆਪਣੀ ਅਮੈਰੀਕਨ ਇੰਗਲਿਸ਼ ਬਣਾ ਲਿਆ। ਤਾਂ ਉਹਨੇ ਲਿਖਿਆ ਹੋਇਆ ਇਨ ਅਮੈਰੀਕਾ ਦੇ ਹੈਵ ਫਰੀਡ ਦਾ ਲੈਂਗੁਏਜ ਫਰੋਮ ਦਾ ਸਟਿਫਲਿੰਗ ਟਾਇਰਨੀ। ਸਟਿਫਲਿੰਗ ਹੁੰਦਾ ਗਾ ਅਜੀਬੋ ਗਰੀਬ, ਟਾਇਰਨੀ ਹੁੰਦਾ ਵੈਸੇ ਆਪਾਂ ਅੰਤਕ ਨੂੰ ਕਹਿ ਦਿੰਦੇ ਹਾਂ, ਤੁਸੀਂ ਵੀ ਸੁਣੋ ਟੈਰਰਿਸਟ, ਟਾਇਰਨੀ ਆਫ ਦਾ ਪੈਸਿਵ ਵੋਇਸ। ਉਹ ਕਹਿੰਦਾ ਆਰ ਕੇ ਨਾਰਾਇਣ ਕਹਿ ਰਿਹਾ ਹੈਗਾ ਕਿ ਅਮੈਰੀਕਨਸ ਨੇ ਆਪਣੀ ਇੰਗਲਿਸ਼ 'ਚ, ਅਮੈਰੀਕਨ ਇੰਗਲਿਸ਼ 'ਚ ਜੋ ਬ੍ਰਿਟਿਸ਼ ਇੰਗਲਿਸ਼ 'ਚ ਪੈਸਿਵ ਵੋਇਸ ਦੀ ਵਰਤੋਂ ਹੁੰਦੀ ਸੀ ਉਹਦੇ ਤੋਂ ਆਜ਼ਾਦੀ ਪ੍ਰਾਪਤ ਕਰ ਲਈ ਹੈ। ਦੇ ਹੈਵ ਫਰੀਡ ਦਾ ਲੈਂਗੁਏਜ, ਉਹਨਾਂ ਨੇ ਇੰਗਲਿਸ਼ ਲੈਂਗੁਏਜ 'ਚ ਜੋ ਬ੍ਰਿਟਿਸ਼ਰਸ ਦੇ ਟਾਈਮ ਜਾਂ ਬ੍ਰਿਟਿਸ਼ਰਸ ਦੇ ਅਕੋਰਡਿੰਗ ਪੈਸਿਵ ਵੋਇਸ ਦੀ ਵਰਤੋਂ ਹੁੰਦੀ ਆ ਬਹੁਤ ਜ਼ਿਆਦਾ, ਕਹਿੰਦਾ ਉਹਨਾਂ ਨੇ ਉਹਨੂੰ ਖ਼ਤਮ ਕਰਤਾ। ਉਰੇ ਲਿਖਿਆ ਹੋਇਆ ਵੇਅਰ ਵੀ ਸ਼ੁੱਡ ਸੇ ਸੈਰੀਮੋਨੀਅਸਲੀ ਟ੍ਰੈਸਪਾਸਿੰਗ ਪ੍ਰੋਹਿਬਿਟਡ। ਇੱਥੇ ਥੋੜ੍ਹਾ ਜਿਹਾ ਇਹ ਇਰੇਜ਼ ਕਰਨਾ ਪਊਗਾ।